हाँ जी डियर स्टूडेंट्स। सो ਅੱਜ ਆਪਾਂ ਗੱਲ ਕਰਾਂਗੇ ਆਪਣੇ ਨੈਕਸਟ ਟੌਪਿਕ ਦੈਟ ਇਜ਼ ਗੇ ਲੂਕਸ ਲਾਅ ਬਾਰੇ। ਸੋ ਉਹ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਇੱਕ ਵਾਰ ਰਿਵਾਈਜ਼ ਕਰਾਂਗੇ ਆਪਣੇ ਜਿਹੜੇ ਦੋ ਲਾਜ਼ ਕਰ ਲਏ ਸੀ, ਦੈਟ ਇਜ਼ ਬੋਇਲਸ ਲਾ ਐਂਡ ਚਾਰਲਸ ਲਾ। ਸੋ ਵਟ ਇਜ਼ ਬੋਇਲਸ ਲਾ ਕਿ ਜਦੋਂ ਆਪਾਂ ਕੋਈ ਵੀ ਗੈਸ ਲੈਂਦੇ ਹਾਂ, ਠੀਕ ਆ, ਉਹਦੇ ਉੱਪਰ ਪ੍ਰੈਸ਼ਰ ਇਨਕਰੀਜ਼ ਕਰਦੇ ਆ ਤਾਂ ਜਿਹੜਾ ਵੋਲਿਊਮ ਆ ਉਹ ਡਿਕਰੀਜ਼ ਕਰ ਜਾਂਦਾ ਹੈ। ਠੀਕ ਹੈ, ਫੋਰ ਐਗਜ਼ਾਮਪਲ ਆਪਾਂ ਸਰਿੰਜ ਦੀ ਐਗਜ਼ਾਮਪਲ ਲਈ ਸੀ। ਇਹਦੇ ਅਗਰ ਆਪਾਂ ਟਿਪ ਤੇ ਇਸ ਟਿਪ ਦੇ ਉੱਪਰ ਅਗਰ ਆਪਾਂ ਇਹਨੂੰ ਕਲੋਜ਼ ਕਰ ਦਈਏ, ਇਸ ਟਿਪ ਨੂੰ ਬਿਲਕੁਲ ਬੰਦ ਕਰ ਦਈਏ ਤੇ ਪਿੱਛੋਂ ਜਿਹੜਾ ਪਲੰਜਰ ਆ ਯਾਨੀ ਕਿ ਦਿਸ ਵਨ, ਇਹਨੂੰ ਆਪਾਂ ਪ੍ਰੈਸ਼ਰ ਦੇ ਨਾਲ ਦਬਾਉਣ ਦੀ ਕੋਸ਼ਿਸ਼ ਕਰੀਏ ਤੇ ਸਰਿੰਜ ਦੇ ਵਿੱਚ ਇੱਕ ਗੈਸ ਫਿਲ ਕੀਤੀ ਹੋਈ ਹੈ, ਇਸ ਏਰੀਆ ਦੇ ਵਿੱਚ ਇੱਕ ਗੈਸ ਆ। ਠੀਕ ਹੈ, ਸੋ ਉਹ ਗੈਸ ਕਿੱਥੇ ਜਾਏਗੀ? ਨਾ ਬਾਹਰ ਨਿਕਲ ਰਹੀ ਹੈ ਨਾ ਇੱਥੋਂ ਲੀਕ ਹੋ ਰਹੀ ਹੈ। ਸੋ ਤਾਂ ਵੀ ਪਿਸਟਨ ਜਿਹੜਾ ਉਹ ਨੀਚੇ ਮੂਵ ਕਰ ਰਿਹਾ। ਕਿਉਂ? ਕਿਉਂਕਿ ਜਿਹੜਾ ਗੈਸ ਦਾ ਜਿਹੜਾ ਵੋਲਿਊਮ ਹੈ ਉਹ ਡਿਕਰੀਜ਼ ਹੋ ਰਿਹਾ। ਸੋ ਇਸੇ ਤਰ੍ਹਾਂ ਇਹ ਬੋਇਲਸ ਲਾ ਹੈਗਾ ਕਿ ਜਿਹੜਾ ਪ੍ਰੈਸ਼ਰ ਐਂਡ ਵੋਲਿਊਮ ਆ ਉਹ ਇੱਕ ਦੂਸਰੇ ਦੇ ਇਨਵਰਸਲੀ ਪ੍ਰਪੋਰਸ਼ਨਲ ਆ। ਠੀਕ ਹੈ, ਇੱਥੇ ਤੁਸੀਂ ਦੇਖਿਆ ਕਿ ਜਿਹੜਾ ਵੋਲਿਊਮ ਆ ਗੈਸ ਦਾ ਉਹ 1 ਲੀਟਰ ਆ, ਤੇ ਜਦੋਂ ਆਪਾਂ ਵੋਲਿਊਮ ਪ੍ਰੈਸ਼ਰ ਇਨਕਰੀਜ਼ ਕਰਤਾ, ਪ੍ਰੈਸ਼ਰ ਡਬਲ ਕਰਤਾ, 100 mg ਸੀ 200 mm ਆਫ ਮਰਕਰੀ ਕਰਤਾ, ਤੇ ਜਿਹੜਾ ਵੋਲਿਊਮ ਆ ਹਾਫ ਰਹਿ ਗਿਆ। ਮੀਨਸ ਕਿ ਜਿਹੜਾ ਤੁਹਾਡਾ ਪ੍ਰੈਸ਼ਰ ਐਂਡ ਵੋਲਿਊਮ ਆਫ ਗੈਸ ਆ ਇਨਵਰਸਲੀ ਪ੍ਰਪੋਰਸ਼ਨਲ ਆ ਐਟ ਕੌਂਸਟੈਂਟ ਮਾਸ ਐਂਡ ਟੈਂਪਰੇਚਰ। ਕੌਂਸਟੈਂਟ ਮਾਸ ਤੇ ਟੈਂਪਰੇਚਰ ਹੋਵੇਗਾ ਕਿਸੇ ਗੈਸ ਦਾ, ਉਸ ਸਿਸਟਮ ਦੇ ਵਿੱਚ ਜਿਹੜਾ ਪ੍ਰੈਸ਼ਰ ਤੇ ਵੋਲਿਊਮ ਹੈ ਇੱਕ ਦੂਸਰੇ ਦੇ ਇਨਵਰਸਲੀ ਪ੍ਰਪੋਰਸ਼ਨਲ ਹੋਣਗੇ। ਸੋ ਇਹਦਾ ਫਾਰਮੂਲਾ ਸੀਗਾ P1 V1 ਇਜ਼ ਇਕੁਅਲ ਟੂ P2 V2। ਸੋ ਨੈਕਸਟ ਸੀਗਾ ਚਾਰਲਸ ਲਾ। ਸੋ ਵਟ ਇਜ਼ ਚਾਰਲਸ ਲਾ? ਚਾਰਲਸ ਲਾ ਸਾਨੂੰ ਕੀ ਦੱਸਦਾ ਹੈ ਕਿ ਜਿਹੜਾ ਵੋਲਿਊਮ ਐਂਡ ਟੈਂਪਰੇਚਰ ਆ ਉਹ ਡਾਇਰੈਕਟਲੀ ਪ੍ਰਪੋਰਸ਼ਨਲ ਆ। ਵੋਲਿਊਮ ਐਂਡ ਟੈਂਪਰੇਚਰ ਆਰ ਡਾਇਰੈਕਟਲੀ ਪ੍ਰਪੋਰਸ਼ਨਲ ਐਟ ਕੌਂਸਟੈਂਟ ਮਾਸ ਐਂਡ ਪ੍ਰੈਸ਼ਰ। ਸੋ ਕੌਂਸਟੈਂਟ ਮਾਸ ਤੇ ਪ੍ਰੈਸ਼ਰ ਦੇ ਉੱਪਰ ਕੋਈ ਗੈਸ ਹੋਵੇਗੀ, ਉਹਨਾਂ ਦਾ ਜਿਹੜਾ ਵੋਲਿਊਮ ਆ ਟੈਂਪਰੇਚਰ ਆ ਡਾਇਰੈਕਟਲੀ ਪ੍ਰਪੋਰਸ਼ਨਲ ਹੋਣਗੇ। ਤੁਸੀਂ ਗ੍ਰਾਫ ਦੇਖ ਸਕਦੇ ਹੋ, ਅਗਰ ਆਪਾਂ ਟੈਂਪਰੇਚਰ ਇਨਕਰੀਜ਼ ਕਰਾਂਗੇ ਤਾਂ ਵੋਲਿਊਮ ਵੀ ਇਨਕਰੀਜ਼ ਹੋਏਗਾ, ਅਗਰ ਵੋਲਿਊਮ ਇਨਕਰੀਜ਼ ਕਰਾਂਗੇ ਤਾਂ ਟੈਂਪਰੇਚਰ ਵੀ ਇਨਕਰੀਜ਼ ਹੋਏਗਾ। ਸੋ ਵੋਲਿਊਮ ਐਂਡ ਟੈਂਪਰੇਚਰ ਆਰ ਡਾਇਰੈਕਟਲੀ ਪ੍ਰਪੋਰਸ਼ਨਲ ਇਨ ਚਾਰਲਸ ਲਾ। ਸੋ ਆ ਇੱਕ ਸਿੰਪਲ ਜਿਹੀ ਐਗਜ਼ਾਮਪਲ ਆ ਜਿਹਦੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਗੈਸ ਫਿਲ ਕੀਤੀ ਹੋਈ ਆ ਕਲੋਜ਼ ਸਿਸਟਮ ਦੇ ਵਿੱਚ। ਠੀਕ ਆ, ਇੱਕ ਕੌਂਸਟੈਂਟ ਪ੍ਰੈਸ਼ਰ ਆ ਤੇ ਕੌਂਸਟੈਂਟ ਮਾਸ ਆ। ਦਿਸ ਇਜ਼ ਕੌਂਸਟੈਂਟ ਪ੍ਰੈਸ਼ਰ, ਦਿਸ ਇਜ਼ ਕੌਂਸਟੈਂਟ ਮਾਸ। ਸੋ ਉਹਨੂੰ ਆਪਾਂ ਇੱਕ ਟੈਂਪਰੇਚਰ ਪ੍ਰੋਵਾਈਡ ਕਰ ਰਹੇ ਹਾਂ। ਸੋ ਜਦੋਂ ਆਪਾਂ ਟੈਂਪਰੇਚਰ ਇਨਕਰੀਜ਼ ਕਰਤਾ, ਲੈਟਸ ਸਪੋਜ਼ ਕਿ ਪਹਿਲਾਂ 20 ਡਿਗਰੀ ਸੀ, ਆਪਾਂ 50 ਡਿਗਰੀ ਕਰਤਾ ਟੈਂਪਰੇਚਰ, 50 ਡਿਗਰੀ ਸੈਂਟੀਗ੍ਰੇਡ। ਸੋ ਟੈਂਪਰੇਚਰ ਇਨਕਰੀਜ਼ ਹੋਣ ਦੇ ਨਾਲ ਕੀ ਹੋਇਆ? ਇਸ ਗੈਸ ਦੇ ਵਿੱਚ ਜਿਹੜੇ ਮੋਲੀਕਿਊਲ ਸੀ ਉਹਨਾਂ ਦੀ ਕਾਈਨੈਟਿਕ એનર્ਜੀ ਇਨਕਰੀਜ਼ ਹੋ ਗਈ, ਇੰਟਰਮੋਲੀਕੂਲਰ ਫੋਰਸਿਸ ਇਨਕਰੀਜ਼ ਹੋ ਗਈਆਂ। ਸੋ ਉਹਦੇ ਕਰਕੇ ਜਿਹੜਾ ਵੋਲਿਊਮ ਆ ਉਹ ਇਨਕਰੀਜ਼ ਹੋ ਗਿਆ। ਠੀਕ ਹੈ, ਸੋ ਟੈਂਪਰੇਚਰ ਐਂਡ ਵੋਲਿਊਮ ਆਰ ਡਾਇਰੈਕਟਲੀ ਪ੍ਰਪੋਰਸ਼ਨਲ ਐਟ ਕੌਂਸਟੈਂਟ ਮਾਸ ਐਂਡ ਪ੍ਰੈਸ਼ਰ। ਦਿਸ ਇਜ਼ ਯੋਰ ਚਾਰਲਸ ਲਾ। ਤੇ ਇਹਦੀ ਮੈਥਮੈਟੀਕਲ ਐਕਸਪ੍ਰੈਸ਼ਨ ਕੀ ਆ? V1 divided by T1 is equal to V2 divided by T2, or V is directly proportional to T. So today's topic is Gay-Lussac's law. So ਕੀ ਕਹਿੰਦਾ ਇਹ law? The pressure and absolute temperature of gas are directly proportional. As temperature rise does pressure. So ਜਿਹੜੇ pressure ਤੇ temperature ਆ ਉਹ ਵੀ ਇੱਕ ਦੂਸਰੇ ਦੇ ਡਾਇਰੈਕਟਲੀ ਪ੍ਰਪੋਰਸ਼ਨਲ ਆ। ਤੁਸੀਂ ਦੇਖ ਸਕਦੇ ਹੋ ਅਗਰ P ਇਨਕਰੀਜ਼ ਕਰ ਰਿਹਾ ਹੈ ਤੇ T ਵੀ ਇਨਕਰੀਜ਼ ਕਰ ਰਿਹਾ, ਯਾਨੀ ਕਿ ਪ੍ਰੈਸ਼ਰ ਐਂਡ ਟੈਂਪਰੇਚਰ ਬੋਥ ਆਰ ਡਾਇਰੈਕਟਲੀ ਪ੍ਰਪੋਰਸ਼ਨਲ। ਹਾਂਜੀ, ਸੋ ਗੇ-ਲੂਸੈਕਸ ਲਾ ਕੀ ਕਹਿ ਰਿਹਾ ਕਿ ਜਿਹੜਾ ਪ੍ਰੈਸ਼ਰ ਹੈ ਤੇ ਟੈਂਪਰੇਚਰ ਆ ਉਹ ਇੱਕ ਡਾਇਰੈਕਟਲੀ ਪ੍ਰਪੋਰਸ਼ਨਲ ਇੱਕ ਦੂਸਰੇ ਦੇ ਐਟ ਕੌਂਸਟੈਂਟ ਮਾਸ ਐਂਡ ਵੋਲਿਊਮ। ਸੋ ਪ੍ਰੈਸ਼ਰ ਇਨਕਰੀਜ਼ ਹੋਇਆ ਤਾਂ ਟੈਂਪਰੇਚਰ ਵੀ ਇਨਕਰੀਜ਼ ਹੋਇਆ, ਅਗਰ ਟੈਂਪਰੇਚਰ ਨੂੰ ਇਨਕਰੀਜ਼ ਕੀਤਾ ਤਾਂ ਉਹਦੇ ਨਾਲ ਪ੍ਰੈਸ਼ਰ ਵੀ ਇਨਕਰੀਜ਼ ਹੋਇਆ। ਸੋ ਇਹਦੇ ਮੈਥਮੈਟੀਕਲ ਐਕਸਪ੍ਰੈਸ਼ਨ ਕੀ ਆ? P1 divided by T1 is equal to P2 divided by T2, ਔਰ ਅਸੀਂ ਕਹਿ ਸਕਦੇ ਹਾਂ P is directly proportional to T। ਸੋ ਇਹ ਤਿੰਨ ਲਾਅ ਸੀਗੇ। ਹੁਣ ਆਪਾਂ ਇਹਨਾਂ ਨੂੰ ਸਾਈਡ ਬਾਏ ਸਾਈਡ ਕੰਪੇਅਰ ਕਰਦੇ ਹਾਂ। ਵਟ ਇਜ਼ ਮੀਨਿੰਗ ਆਫ ਦੈਟ 3 ਲਾਅਸ? ਸੋ ਇੱਕ ਕੰਬਾਈਨਡ ਚਾਰਟ ਆ ਤਿੰਨੋਂ ਲਾਅਸ ਦਾ। ਸਭ ਤੋਂ ਪਹਿਲਾ ਹੈ ਬੋਇਲਸ, ਸੈਕੰਡ ਹੈ ਚਾਰਲਸ ਲਾ, ਥਰਡ ਹੈ ਗੇ-ਲੂਸੈਕਸ ਲਾਅ। ਸੋ ਤਿੰਨਾਂ ਦੇ ਵਿੱਚ ਅਗਰ ਆਪਾਂ ਦੇਖੀਏ, ਬੋਇਲਸ ਲਾ ਦੇ ਵਿੱਚ P directly proportional to P inversely proportional to volume। ਚਾਰਲਸ ਲਾ ਦੇ ਵਿੱਚ V directly volume directly proportional to temperature।
ਸੋ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਜਿਹੜਾ ਚਾਰਲਸ ਲਾ ਆ ਉਹਦੇ ਵਿੱਚ ਜਿਹੜਾ ਵੋਲਿਊਮ ਤੇ ਟੈਂਪਰੇਚਰ ਆ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਆ। ਗੇ-ਲੂਸੈਕਸ ਲਾ ਦੇ ਵਿੱਚ ਪ੍ਰੈਸ਼ਰ ਤੇ ਟੈਂਪਰੇਚਰ ਡਾਇਰੈਕਟਲੀ ਪ੍ਰੋਪੋਰਸ਼ਨਲ ਆ। ਸੋ ਇੱਕ ਸਾਈਡ ਬਾਈ ਸਾਈਡ ਕੰਪੈਰੀਜ਼ਨ ਆ ਇਹ ਤਿੰਨੋਂ ਲਾਜ਼ ਦਾ, ਠੀਕ ਹੈ। ਕਾਂਸਟੈਂਟ ਕੀ ਆ, ਤੇ ਇੱਕ ਚੀਜ਼ ਯਾਦ ਰੱਖਿਓ, ਹੁਣ ਤਿੰਨਾਂ ਦੇ ਵਿੱਚ ਜਿਹੜਾ ਮਾਸ ਹੈਗਾ ਆ ਉਹ ਕਾਂਸਟੈਂਟ ਆ। ਤਿੰਨੋਂ ਲਾਜ਼ ਦੇ ਵਿੱਚ ਮਾਸ ਆਲਵੇਜ਼ ਕਾਂਸਟੈਂਟ ਰਹਿਣਾ, ਯਾਨੀ ਕਿ ਜਿਹੜਾ ਸਿਸਟਮ ਹੋਏਗਾ ਕਲੋਜ਼ ਸਿਸਟਮ ਹੋਏਗਾ। ਸੋ ਮਾਸ ਰਿਮੇਨ ਕਾਂਸਟੈਂਟ ਇਨ 3 ਲਾਜ਼। ਬੋਇਲਸ ਲਾ ਦੇ ਵਿੱਚ ਟੈਂਪਰੇਚਰ ਕਾਂਸਟੈਂਟ ਆ, ਚਾਰਲਸ ਲਾ ਦੇ ਵਿੱਚ ਪ੍ਰੈਸ਼ਰ ਕਾਂਸਟੈਂਟ ਹੈ, ਐਂਡ ਗੇ-ਲੂਕਸ ਲਾ ਦੇ ਵਿੱਚ ਵੋਲਿਊਮ ਕਾਂਸਟੈਂਟ। ਸੋ ਜਿਹੜੀ ਚੀਜ਼ ਕਾਂਸਟੈਂਟ ਆ ਪ੍ਰੈਸ਼ਰ, ਟੈਂਪਰੇਚਰ ਐਂਡ ਵੋਲਿਊਮ 'ਚ, ਉਹਨੂੰ ਬਾਹਰ ਕੱਢ ਦਿਓ ਤੇ ਬਾਕੀ ਜੋ ਚੀਜ਼ਾਂ ਬਚ ਗਈਆਂ ਉਹ ਜਾਂ ਤਾਂ ਇੱਕ ਦੂਸਰੇ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਆ ਜਾਂ ਇਨਵਰਸਲੀ ਪ੍ਰੋਪੋਰਸ਼ਨਲ ਆ। ਸੋ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਚਾਰਲਸ ਲਾ ਦੇ ਵਿੱਚ ਵੋਲਿਊਮ ਤੇ ਟੈਂਪਰੇਚਰ ਆ ਗਿਆ, ਸੋ ਬਚਿਆ ਕੀ, ਪ੍ਰੈਸ਼ਰ। ਸੋ ਪ੍ਰੈਸ਼ਰ ਕਾਂਸਟੈਂਟ ਹੋਏਗਾ। ਗੇ-ਲੂਸੈਕਸ ਲਾ ਦੇ ਵਿੱਚ ਵੋਲਿਊਮ ਰਹਿ ਗਿਆ, ਪ੍ਰੈਸ਼ਰ ਤੇ ਟੈਂਪਰੇਚਰ ਆ ਗਿਆ, ਵੋਲਿਊਮ ਰਹਿ ਗਿਆ ਇੱਕ, ਸੋ ਵੋਲਿਊਮ ਕਾਂਸਟੈਂਟ ਹੋ ਗਿਆ। ਤੇ ਬੋਇਲਸ ਲਾ ਦੇ ਵਿੱਚ ਟੈਂਪਰੇਚਰ ਨਹੀਂ ਹੈਗਾ ਇਸ ਮੈਥਮੈਟੀਕਲ ਐਕਸਪ੍ਰੈਸ਼ਨ ਦੇ ਵਿੱਚ, ਸੋ ਟੈਂਪਰੇਚਰ ਕਾਂਸਟੈਂਟ ਹੋ ਗਿਆ। ਸੋ ਆਹ ਤਿੰਨ ਚੀਜ਼ਾਂ ਕਾਂਸਟੈਂਟ ਆ ਡਿਫਰੈਂਟ ਲਾ ਦੇ ਵਿੱਚ। ਮਾਸ ਹਰੇਕ ਲਾ ਦੇ ਵਿੱਚ ਕਾਂਸਟੈਂਟ ਆ। ਬੋਇਲਸ ਲਾ 'ਚ ਟੈਂਪਰੇਚਰ ਕਾਂਸਟੈਂਟ, ਚਾਰਲਸ ਲਾ 'ਚ ਪ੍ਰੈਸ਼ਰ ਕਾਂਸਟੈਂਟ, ਗੇ-ਲੂਸੈਕਸ ਲਾ ਦੇ ਵਿੱਚ ਵੋਲਿਊਮ ਕਾਂਸਟੈਂਟ। ਐਂਡ ਇਹ ਤੁਹਾਡੇ ਤਿੰਨਾਂ ਲਾਜ਼ ਦੀ ਜਿਹੜੀ ਫਾਈਨਲ ਮੈਥਮੈਟੀਕਲ ਐਕਸਪ੍ਰੈਸ਼ਨ ਆ। ਬੋਇਲਸ ਲਾ ਦੀ P is inversely proportional to volume, ਚਾਰਲਸ ਲਾ ਦੀ volume is directly proportional to temperature, and ਗੇ-ਲੂਸੈਕਸ ਲਾ ਦੀ pressure is directly proportional to temperature। ਸੋ ਇਸ ਤਰ੍ਹਾਂ ਤੁਸੀਂ ਇਹ ਤਿੰਨਾਂ ਲਾਜ਼ ਨੂੰ ਆਪਸ ਦੇ ਵਿੱਚ ਸਾਈਡ ਬਾਈ ਸਾਈਡ ਕੰਪੈਰੀਜ਼ਨ ਕਰ ਸਕਦੇ ਹੋ। ਸੋ ਆਹ ਇੱਕ ਸਿੰਪਲ ਜਿਹਾ ਇੱਕ ਐਕਸਪੈਰੀਮੈਂਟ ਆ, ਇੱਕ ਐਗਜ਼ਾਮਪਲ ਆ ਜਿਹੜੀ ਤੁਸੀਂ ਖੁਦ ਸੋਲਵ ਕਰਨੀ ਆ, ਠੀਕ ਹੈ। ਦੇਖਣਾ ਆ ਕਿ ਕਿਹੜੀ ਗੈਸ ਵਿੱਚ ਇਸ ਨੂਮੈਰੀਕਲ ਦੇ ਵਿੱਚ ਕਿਹੜਾ ਲਾਅ ਲੱਗੇਗਾ, ਕਿਹੜੇ ਲਾਅ ਦੇ ਫਾਰਮੂਲੇਸ ਲੱਗਣਗੇ। ਤੇ ਇੱਕ ਆਹ ਕੁਐਸਚਨ ਹੈਗਾ ਜਿਹੜਾ ਤੁਸੀਂ ਖੁਦ ਘਰ ਟਰਾਈ ਕਰਨਾ ਹੈ, ਤੁਹਾਡਾ ਹੋਮਵਰਕ ਹੈ। ਸੋ ਨੈਕਸਟ ਹੈਗਾ ਹੁਣ ਕੰਬਾਈਨਡ ਗੈਸ ਲਾਅ, ਠੀਕ ਹੈ। ਬਾਈ ਕੰਬਾਈਨਿੰਗ ਬੋਇਲਸ ਲਾ, ਚਾਰਲਸ ਲਾ ਐਂਡ ਗੇ-ਲੂਸੈਕਸ ਲਾ, ਤਿੰਨਾਂ ਨੂੰ ਜਦੋਂ ਆਪਾਂ ਕੰਬਾਈਨ ਕਰਦੇ ਹਾਂ ਸਾਡੇ ਕੋਲ ਇੱਕ ਇਕੁਏਸ਼ਨ ਆਉਂਦੀ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਕੰਬਾਈਨਡ ਗੈਸ ਲਾ, ਵਿਚ ਇਜ਼ P1V1 divided by T1 is equal to P2V2 divided by T2। ਇਹ ਹੁਣ ਕੰਬੀਨੇਸ਼ਨ ਬਣਿਆ ਕਿਸ ਤਰ੍ਹਾਂ, ਆਹ ਤਿੰਨਾਂ ਤੋਂ, ਇਹ ਤਿੰਨਾਂ ਨੂੰ ਅਗਰ ਆਪਾਂ ਇੱਕ ਸਿੰਪਲ ਔਰ ਕਾਮਨ ਫਾਰਮ ਦੇ ਵਿੱਚ ਲੈ ਕੇ ਆਈਏ, ਤਿੰਨਾਂ ਨੂੰ ਕੰਬਾਈਨ ਕਰੀਏ ਤਾਂ ਸਾਡੇ ਕੋਲ ਫਾਰਮੂਲਾ ਬਣੇਗਾ ਦੈਟ ਇਜ਼ P1V1 is divided by T1 is equal to P2V2 divided by T2। ਸੋ ਇਹ ਮੈਥਮੈਟੀਕਲ ਐਕਸਪ੍ਰੈਸ਼ਨ ਬਣੀ ਕਿਸ ਤਰ੍ਹਾਂ, ਇਹਦੀ ਇੱਕ ਪੂਰਾ ਪ੍ਰੋਪਰ ਡੈਰੀਵੇਸ਼ਨ ਆ ਜਿਹੜੀ ਆਪਾਂ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ। ਬਟ ਤੁਸੀਂ ਇਹ ਕੰਬਾਈਨਡ ਗੈਸ ਲਾਅ ਨੂੰ ਦਾ ਫਾਰਮੂਲਾ ਯਾਦ ਕਰ ਲੈਣਾ, ਦੈਟ ਇਜ਼ P1V1 divided by T1 is equal to P2V2 divided by T2। So this is your fourth law, that is combined gas law। ਤੇ ਗੇ-ਲੂਸੈਕਸ ਲਾ ਤੇ ਆ ਇੱਕ ਜਿਹੜਾ ਤੁਹਾਨੂੰ ਇੱਕ ਸਾਈਡ ਬਾਈ ਸਾਈਡ ਕੰਪੈਰੀਜ਼ਨ ਦਿੱਤਾ ਹੈ ਤਿੰਨੋਂ ਲਾਜ਼ ਦਾ, ਬੋਇਲਸ ਲਾ, ਚਾਰਲਸ ਲਾ ਐਂਡ ਗੇ-ਲੂਸੈਕਸ ਲਾ। ਇਹਨੂੰ ਇੱਕ ਵਾਰ ਮਾਈਂਡ ਦੇ ਵਿੱਚ ਚੰਗੀ ਤਰ੍ਹਾਂ ਬਿਠਾ ਲੈਣਾ ਹੈ, ਕਿਉਂਕਿ ਇਹਨਾਂ ਤੋਂ ਹੀ ਅੱਗੇ ਫਿਰ ਕੰਬਾਈਨਡ ਗੈਸ ਲਾ ਜਿਹੜਾ ਡਰਾਈਵ ਹੋਣਾ ਹੈ। ਸੋ ਨੈਕਸਟ ਲੈਕਚਰ ਦੇ ਵਿੱਚ ਆਪਾਂ ਕੰਬਾਈਨਡ ਗੈਸ ਲਾਅ ਦੀ ਜਿਹੜੀ ਡੈਰੀਵੇਸ਼ਨ ਆ, ਜਿਹਦਾ ਰਿਜ਼ਲਟ ਸਾਡੇ ਕੋਲ ਹੈ P1V1 divided by T1, ਇਹ ਵਾਲੀ ਜਿਹੜੀ ਡੈਰੀਵੇਸ਼ਨ ਆ ਇਹਨੂੰ ਡਰਾਈਵ ਕਰਾਂਗੇ, ਕਿਸ ਤਰ੍ਹਾਂ ਡਰਾਈਵ ਕਰਨੀ ਹੈ, ਕਿੱਥੇ ਕਾਂਸਟੈਂਟ ਯੂਜ਼ ਕਰਨਾ ਹੈ। ਸੋ ਇਹ ਆਪਾਂ ਨੈਕਸਟ ਲੈਕਚਰ ਦੇ ਵਿੱਚ ਡਰਾਈਵ ਕਰਾਂਗੇ। ਸਾਰੇ ਸਟੂਡੈਂਟ ਨੇ ਆਪਣੀ ਅਸਾਈਨਮੈਂਟ ਜਿਹੜੀ ਮੰਡੇ ਤੱਕ ਸਬਮਿਟ ਕਰਵਾ ਦੇਣੀ ਹੈਗੀ ਹੈ। ਤੇ ਜੇ ਕਿਸੇ ਸਟੂਡੈਂਟ ਦੀ ਅਸਾਈਨਮੈਂਟ ਨਹੀਂ ਆਈ ਹਾਲੇ ਤੱਕ, ਉਹ ਮੈਨੂੰ WhatsApp ਦੇ ਉੱਪਰ PDF ਫਾਈਲ ਸਕੈਨ ਕਰਕੇ ਸੈਂਡ ਕਰ ਦੇ। ਥੈਂਕ ਯੂ। ਅਗਰ ਕਿਸੇ ਕੋਈ ਸਟੂਡੈਂਟ ਦਾ ਕੋਈ ਡਾਊਟ ਹੋਇਆ, ਉਸ ਡਾਊਟ ਨੂੰ ਨੋਟ ਡਾਊਨ ਕਰ ਲਿਓ, ਫਿਰ ਜਦੋਂ ਆਪਾਂ ਜ਼ੂਮ ਤੇ ਲਾਈਵ ਸੈਸ਼ਨ ਲਗਾਵਾਂਗੇ ਉਹਦੇ ਵਿੱਚ ਆਪਾਂ ਫਿਰ ਤੁਹਾਡੇ ਡਾਊਟਸ ਕਲੀਅਰ ਕਰਾਂਗੇ ਅਬਾਊਟ ਬੋਇਲਸ ਲਾ, ਚਾਰਲਸ ਲਾ ਐਂਡ ਗੇ-ਲੂਸੈਕਸ ਲਾ। ਥੈਂਕ ਯੂ।